ਪੁਰਾਣੀਆਂ ਫਿਲਮਾਂ 'ਚ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਦੀ ਉਲਟੀ ਨਿਕਲ ਗਈ ਸੀ ਤੇ ਉਲਟੀ ਨਿਕਲ ਗਈ ਸੀ ਵਿੱਚੇ ਹੀ। ਸਿੱਧੂ ਮੂਸੇਵਾਲਾ 28-29 ਸਾਲ ਦਾ ਬੱਚਾ, ਤੇਰਾ ਕੀ ਚੱਕ ਲਿਆ ਉਹਨੇ ਯਾਰ? ਕੀ ਉਹ ਜੱਟ ਜੱਟ ਕਰੀ ਜਾਂਦਾ, ਉਹ ਰੰਗਰੇਟਾ ਜੀ ਨੂੰ ਤਕਲੀਫ ਇਸ ਗੱਲ ਦੀ। ਤੁਸੀਂ ਰੰਗਰੇਟਾ ਨਹੀਂ ਕਰਦੇ, ਪੜ੍ਹੇ ਲਿਖੇ ਨੇ ਉਹ। ਇੱਕ ਕਹਿੰਦੇ ਇਹਦਾ ਖੁਰਕ ਖਾਣੀਆਂ ਕੁੱਤੀਆਂ ਨੇ, ਉਹਨਾਂ ਦੇ ਮੂੰਹ 'ਚ ਲਫ਼ਜ਼ ਚੰਗੇ ਲੱਗਦੇ ਨੇ। ਕੁਰ 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 ਕੁਰ, ਇਹ ਕੀ ਹੈ? ਕੀ ਹੈ? ਮੂੰਹ ਤੇ ਤੁਹਾਡੇ ਦਾੜਾ, ਸਿਰ ਤੇ ਤੁਹਾਡੇ ਪੱਗ ਆ ਯਾਰ, ਹੱਦ ਹੋ ਗਈ ਆ। ਜਿਹੜੇ ਸਾਡੇ ਬੁੱਧੀਜੀਵੀ ਵਿਚਾਰੇ, ਉਹਨਾਂ ਡਾਕਟਰ ਸਾਹਿਬ ਦੇ ਧੀ ਬਾਰੇ ਕਹਿੰਦੇ ਉਹ ਆਪਣੀ ਧੀ ਨੂੰ ਨਹੀਂ ਸਾਂਭ ਸਕਿਆ, ਉਹ ਫਲਾਨਾ ਨਹੀਂ ਕਰ ਸਕਿਆ। ਤੇ ਮਹਾਰਾਜ ਜੀ, ਜੇ ਉਹ ਗਲਤ ਆ ਤਾਂ ਤੁਸੀਂ ਕਿੱਥੋਂ ਠੀਕ ਹੋ ਗਏ? ਉਹਨਾਂ ਬੁੱਧੀਜੀਵੀਆਂ ਨੇ ਪੁੱਛਣਾ ਚਾਹੁੰਦਾ, ਉਦੋਂ 9 ਮਾਸ ਦਾ ਰਿਸ਼ਤਾ ਕਿੱਦਣ ਗਿਆ ਸੀ ਜਦੋਂ ਜਾਤਾਂ ਨੂੰ, ਉਹਨਾਂ ਦੀਆਂ ਲੇਡੀਜ਼ ਨੂੰ ਸੰਬੋਧਨ ਕਰਕੇ ਤੇ ਗੰਦੀਆਂ ਗਾਲਾਂ ਕੱਢਦਾ ਸੀ। ਮੈਂ ਖੇਤਾਂ 'ਚ ਐਂ ਕਰਦੇ ਰਹੇ ਸੀ, ਉਹ ਕਰਦੇ ਰਹੇ, ਉਸ ਸ਼ਬਦ ਅਸੀਂ ਬੋਲ ਵੀ ਨਹੀਂ ਸਕਦੇ। ਉਦੋਂ 9 ਮਾਸ ਦਾ ਰਿਸ਼ਤਾ, ਉਦੋਂ ਇਹ ਸਾਰੇ ਬੁੱਧੀਜੀਵੀ ਲਾਈਵ ਹੋ ਗਏ ਜਿਹੜੇ ਅੱਜ ਰੰਗਰੇਟਾ ਸਾਹਿਬ ਨੂੰ ਗਾਲਾਂ ਕੱਢ ਰਹੇ ਆ। ਉਦੋਂ ਬੁੱਧੀਜੀਵੀ ਕਿੱਥੇ ਸੀਗੇ? ਇੱਕ ਚੀਜ਼ ਸਮਝ ਨਹੀਂ ਲੱਗ ਰਹੀ ਵੀ ਤੁਸੀਂ ਰੰਗਰੇਟਾ ਦੇ ਖਿਲਾਫ ਹੋ ਜਾਂ ਉਹਦੇ ਪੱਖ 'ਚ? ਇੱਕ ਵਾਰ ਮੇਰਾ ਹਰਿਮੰਦਰ ਸਾਹਿਬ ਜਾਣਾ ਹੋਇਆ ਤਾਂ ਮੈਂ ਸਿੰਘ ਸਾਹਿਬ ਦਾ ਨਾਮ ਭੁੱਲ ਗਿਆ। ਆਈ ਥਿੰਕ ਸੋ ਮੈਂ ਉਹਨਾਂ ਨੂੰ ਸਵਾਲ ਕੀਤਾ ਸੀਗਾ। ਮੈਂ ਕਿਹਾ ਸਿੰਘ ਸਾਹਿਬ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਹਾ ਸਿੰਘ ਸਾਹਿਬ, ਮੇਰੇ ਇੱਕ ਮਨ 'ਚ ਸਵਾਲ ਬਹੁਤ ਆ। ਕਹਿੰਦੇ ਕੀ ਬੇਟੇ? ਮੈਂ ਕਿਹਾ ਸਿੰਘ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਬਣਾਏ ਸੀ? ਕਹਿੰਦੇ ਸਿੱਖ, ਅੰਮ੍ਰਿਤ ਛਕਾ ਕੇ ਸਿੱਖ ਬਣਾਏ। ਤੇ ਮੈਂ ਕਿਹਾ ਜੀ ਮੈਨੂੰ ਇਹ ਦੱਸੋ ਵੀ ਰਾਮਦਾਸੀਆ ਸਿੱਖ, ਮਜ਼੍ਹਬੀ ਸਿੱਖ, ਜੱਟ ਸਿੱਖ, ਨਾਈ ਸਿੱਖ, ਇਹ ਕਿਹਨੇ ਬਣਾਏ ਜੀ? ਜਾਂ ਤਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਗਲਤ ਹੋ ਗਏ, ਤੇ ਜਾਂ ਜਿਹੜੇ ਅੱਜ ਬੁੱਧੀਜੀਵੀ ਲਾਈਵ ਹੋ ਕੇ ਗਾਲਾਂ ਕੱਢਦੇ ਨੇ, ਜੇ ਵਿਤਕਰੇ ਕਰਦੇ ਨੇ ਪਿੰਡਾਂ ਦੇ ਵਿੱਚ, 2-2 ਗੁਰਦੁਆਰੇ ਬਣਾਏ ਹੋਏ ਨੇ, 2-2 ਸ਼ਮਸ਼ਾਨ ਘਾਟ ਬਣਾਏ ਹੋਏ ਨੇ, ਤੇ ਜਾਂ ਉਹ ਠੀਕ ਹੋ ਗਏ। ਜਿਹਦੇ ਪਿੱਛੇ ਸਿੰਘ ਲੱਗ ਗਿਆ ਉਹਦੀ ਜਾਤ ਨਹੀਂ ਹੋਣੀ ਚਾਹੀਦੀ, ਉਹਦੇ ਪਿੱਛੇ ਬਰਾੜ ਨਹੀਂ ਹੋਣਾ ਚਾਹੀਦਾ, ਉਹਦੇ ਬੱਲ ਨਹੀਂ ਹੋਣਾ ਚਾਹੀਦਾ, ਉਹਦੇ ਪਿੱਛੇ ਕੋਈ ਗੱਲ ਨਹੀਂ ਹੋਣੀ ਚਾਹੀਦੀ। ਕਦੇ ਚੱਕੀ ਆਵਾਜ਼ ਤੁਸੀਂ। ਅੱਜ ਜਿੱਥੇ 2 ਬਾਟਿਆਂ ਦੀ ਪ੍ਰਥਾ ਚੱਲਦੀ ਆ, ਉਹਨਾਂ ਨੂੰ ਇੱਕ ਕਰਾਓ, ਠੀਕ ਹੈ ਜੀ। ਉੱਥੇ ਪਤਾ ਕਿਉਂ ਨਹੀਂ ਆਵਾਜ਼ ਚੱਕ ਹੁੰਦੀ ਜੀ? ਉੱਥੇ ਕਿਉਂ ਨਹੀਂ? ਅੱਗੇ ਖੁੰਡਾ ਤਕੜਾ ਹੈ, ਮੋਹਰਾਂ ਤੇ ਪਊਗਾ। ਕਰਕੇ ਦੇਖੋ ਜਾ ਕੇ ਗੱਲ, ਅਗਲੇ ਸੰਪਰਦਾ 'ਚ ਵੜ ਕੇ ਦੇਖੋ, ਕਹੋ ਜਾ ਕੇ ਵੀ ਹਾਂ ਤੁਸੀਂ ਆਹ ਕੀ ਕਰਦੇ ਪਏ, ਕੀ ਪਾਇਆ ਤੁਸੀਂ, ਇਹ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਦੇ ਉਲਟ ਚੱਲ ਰਹੇ ਹੋ, ਕਹਿ ਕੇ ਦੇਖੋ ਤੁਸੀਂ, ਪਤਾ ਫਿਰ ਵੀ ਅੱਗੇ ਕੀ ਬਾਣਾ ਵਰਤਣਾ। 3 ਮਹੀਨੇ ਲਈ ਚਰਨਜੀਤ ਚੰਨੀ ਬਣਾਇਆ, ਮੈਂ ਉਹਦਾ ਫੋਲੋ ਨਹੀਂ ਹੈਗਾ, ਮੈਂ ਗੱਲ ਕਰਦਾ। 3 ਮਹੀਨੇ ਉਹਦੀ ਦਲਿਤ ਕਰ ਕਰਕੇ ਉਹਦੀ ਨਾਸ ਮਾਰਤਾ। ਨਾ ਤਾਂ ਉਹਦੀ ਕਿਸੇ ਨੇ ਗੋਲਡ ਮੈਡਲਿਸਟ ਡਿਗਰੀ ਦੇਖੀ ਵੀ ਯੂਨੀਵਰਸਿਟੀ ਤੋਂ ਪੜ੍ਹਿਆ ਹੋਇਆ, ਮੁੱਖ ਮੰਤਰੀ ਆ, ਸੰਵਿਧਾਨਕ ਪਦ ਤੇ ਬੈਠਾ। ਇਹ ਦਲਿਤ ਮੁੱਖ ਮੰਤਰੀ, ਇਹ ਦਲਿਤ ਮੁੱਖ ਮੰਤਰੀ, ਇਹ ਦਲਿਤ ਮੁੱਖ ਮੰਤਰੀ। ਉਹ ਮੁੱਖ ਮੰਤਰੀ ਕਿੱਥੇ ਰਹਿ ਗਿਆ? ਚਰਨਜੀਤ ਚੰਨੀ ਦਾ ਕੋਈ ਕਹਿੰਦਾ ਚੰਨੀ ਜਿਵੇਂ ਕਿ ਛੋਟੇ 3-4 ਕਲਾਸ ਦੇ ਬੱਚੇ ਦਾ ਚੰਨੀ। ਅਕਾਲੀ ਫੂਲਾ ਸਿੰਘ ਕੌਣ ਸੀ? ਮਜ਼੍ਹਬੀ ਸਿੱਖ। ਹਰੀ ਸਿੰਘ ਨਲਵਾ ਕੌਣ ਸੀ? ਮਜ਼੍ਹਬੀ ਸਿੱਖ। ਸਿੱਖ ਸੀਗੇ, ਸਿੱਖ ਸੀ। ਮਜ਼੍ਹਬੀ ਤਾਂ ਤੁਸੀਂ ਵੀ ਲਾ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ, ਮੈਂ ਗਗਨ ਸ਼ੁਕਲਾ। ਡਾਕਟਰ ਰੰਗਰੇਟਾ ਵੱਲੋਂ ਲਗਾਤਾਰ ਐਸਸੀ ਭਾਈਚਾਰੇ ਨਾਲ ਹੋ ਰਹੇ ਧੱਕੇ ਨੂੰ ਲੈ ਕੇ ਜਿਹੜੀ ਹੈ ਆਵਾਜ਼ ਚੁੱਕੀ ਜਾ ਰਹੀ ਹੈ ਕਿ ਕਿਉਂ ਪਿੰਡਾਂ ਦੇ ਵਿੱਚ 2 ਗੁਰਦੁਆਰੇ ਨੇ, ਕਿਉਂ ਪਿੰਡਾਂ ਦੇ ਵਿੱਚ ਸ਼ਮਸ਼ਾਨ ਘਾਟ ਨੇ। ਔਰ ਜੇ ਦੇਖਿਆ ਜਾਵੇ ਤਾਂ ਡਾਕਟਰ ਰੰਗਰੇਟਾ ਤੇ ਵੀ ਬਹੁਤ ਸਾਰਾ ਕਿੰਤੂ ਪਰੰਤੂ ਹੋ ਰਿਹਾ ਕਿ ਉਹ ਐਵੇਂ ਕਿਵੇਂ ਬੋਲ ਰਹੇ ਨੇ। ਸਿੱਧੂ ਮੂਸੇਵਾਲਾ ਦੇ ਖਿਲਾਫ ਉਹਨਾਂ ਨੇ ਐਵੇਂ ਕਿਵੇਂ ਬੋਲਿਆ, ਸੰਤ ਜਰਨੈਲ ਸਿੰਘ ਪਿੰਡ ਵਾਲਿਆਂ ਦੇ ਖਿਲਾਫ ਐਵੇਂ ਕਿਵੇਂ ਬੋਲਿਆ। ਮੇਰੇ ਨਾਲ ਇਸੇ ਤੇ ਗੱਲਬਾਤ ਕਰਨ ਦੇ ਲਈ ਆਰਪੀ ਸਿੰਘ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਪਹਿਲਾਂ ਤਾਂ ਸਵਾਗਤ ਹੈ ਸਰ ਤੁਹਾਡਾ, ਬਹੁਤ ਧੰਨਵਾਦ ਜੀ। ਸਾਰੇ ਜਿਹੜੇ ਸਰੋਤਾਗਣ ਦੇਖ ਰਹੇ ਨੇ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਰਪੀ ਜੀ, ਸਹੀ ਕਹਿੰਦੇ ਹੋ ਵੀ ਜੋ ਡਾਕਟਰ ਰੰਗਰੇਟਾ ਬੋਲ ਰਹੇ ਨੇ ਉਹ ਸਹੀ ਹੈ ਕਿ ਐਵੇਂ ਪੰਜਾਬ 'ਚ ਹੁੰਦਾ ਹੈ? ਅੱਜ ਤੋਂ ਥੋੜ੍ਹੇ ਦਿਨ ਪਹਿਲਾਂ ਚੌਂਤੇ ਤੋਂ ਸ੍ਰੀ ਚਮਕੌਰ ਸਾਹਿਬ ਤੋਂ ਬਾਬਾ ਕੁਲਵਿੰਦਰ ਸਿੰਘ ਜੀ ਨੇ ਇੱਕ, ਤੁਸੀਂ ਉਹਨਾਂ ਦੀ ਸ਼ਾਇਦ ਇੰਟਰਵਿਊ ਕੀਤੀ ਸੀਗੀ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ 60% ਰੰਗਰੇਟਾ ਠੀਕ ਕਹਿ ਰਿਹਾ ਤੇ 40% ਗਲਤ। ਮੈਂ ਬਿਲਕੁਲ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ। ਦੇਖੋ, ਜਿਹੜੀ ਤਾਂ ਜੇ ਤਾਂ ਤੁਸੀਂ ਆਪਣੇ ਨੂੰ ਡਾਕਟਰ ਕਹਿੰਦੇ ਹੋ, ਪੜ੍ਹੇ ਲਿਖੇ ਕਹਿੰਦੇ ਹੋ, ਦੇਖੋ ਆਪਣੀ ਕਮਿਊਨਿਟੀ ਨੂੰ ਅਵੇਅਰਨੈਸ ਕਰਨਾ, ਆਪਣੀ ਕਮਿਊਨਿਟੀ ਦੀ ਉੱਪਰ ਚੱਕਣਾ ਕੋਈ ਮਾੜੀ ਗੱਲ ਨਹੀਂ ਹੈਗੀ, ਲੇਕਿਨ ਦੂਜੇ ਨੂੰ ਹਿੱਟ ਕਰਕੇ ਉਹਨੂੰ ਥੱਲੇ ਗੇਰਨਾ ਤੇ ਆਪਣੇ ਨੂੰ ਉੱਪਰ ਚੱਕਣਾ ਇਹ ਗਲਤ ਗੱਲ ਹੈਗੀ ਆ। ਉਹਨੂੰ ਆਪਣੇ ਸ਼ਬਦਾਂ ਦੀ ਜਿਹੜੀ ਉਹਨਾਂ ਨੂੰ ਸੀਮਤ ਰੱਖਣਾ ਚਾਹੀਦਾ। ਜਿਹੜੇ ਉਹਨਾਂ ਨੇ ਸਿੱਧੂ ਮੂਸੇਵਾਲੇ ਬਾਰੇ ਗੱਲ ਕਹੀ ਆ
ਮੈਂ ਕਹਿੰਦਾ ਜੀ ਜਿੰਨਾ ਕੁ ਮੈਂ ਆਪਣੇ ਫਾਦਰ ਸਾਹਿਬ ਦੇ ਡੈਥ ਤੇ ਰੋਇਆ ਸੀਗਾ ਤੇ ਮੈਂ ਸਿੱਧੂ ਮੂਸੇ ਵਾਲੇ ਨੂੰ ਉਹਨਾਂ ਰੋਇਆ, ਮੈਂ ਖੁਦ ਉਹਨਾਂ ਰੋਇਆ। ਔਰ ਅੱਜ ਵੀ ਜਦੋਂ ਉਹਨਾਂ ਦੇ ਫਾਦਰ ਸਾਹਿਬ ਦੀ ਕਦੇ ਵੀਡੀਓ ਦੇਖੀ ਦੀ ਆ ਤੇ ਅੱਜ ਵੀ ਬੜਾ ਦੁੱਖ ਲੱਗਦਾ ਕਿ ਇਹ ਕੰਮ ਨਹੀਂ ਸੀ ਹੋਣਾ ਚਾਹੀਦਾ। ਛੋਟੀ ਉਮਰ ਸੀਗੀ, ਇਕੱਲਾ ਇਕੱਲਾ ਮਾਂ ਬਾਪ ਦਾ ਪੁੱਤ ਸੀਗਾ, ਇਹ ਨਹੀਂ ਹੋਣਾ ਚਾਹੀਦਾ। ਉਹਦੇ ਸਿਵੇ ਫੁੱਲ ਉਹਨੇ ਉਹਦੀ ਉਲਟੀ ਕਰਤੀ, ਇਹ ਹੋ ਗਿਆ ਉਹ ਹੋ ਗਿਆ, ਇਹ ਇੱਕ ਬੜੀਆਂ ਮਾੜੀਆਂ ਗੱਲਾਂ ਨੇ। ਤੇ ਇਸ ਗੱਲ ਨੂੰ ਅਸੀਂ ਵੀ ਕੰਟੈਪਟ ਕਰਦੇ ਹਾਂ ਕਿ ਉਹ ਡਾਕਟਰ ਸਾਹਿਬ ਨੂੰ ਇਹ ਜਿਹੜੀਆਂ ਇਹ ਗੱਲਾਂ ਨੂੰ ਕਰਨਾ ਚਾਹੀਦਾ। ਰਹੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਗੱਲ, ਜਦੋਂ ਉਹਨੂੰ ਦੁਨੀਆ ਫੋਲੋ ਕਰਦੀ ਉਹਨਾਂ ਨੂੰ, ਜਦੋਂ ਅਸੀਂ ਸਾਰੇ ਉਹਨਾਂ ਨੂੰ ਮੰਨਦੇ ਹਾਂ, ਸਾਰਾ ਅਸੀਂ ਕਹਿੰਦੇ ਵੀ ਨਹੀਂ ਉਹਨਾਂ ਨੇ ਬਿਲਕੁਲ ਜੋ ਕੀਤਾ ਸਹੀ ਕੀਤਾ ਹੈਗਾ, ਤੇ ਤੁਸੀਂ ਕਿਉਂ ਕੰਟਰੋਵਰਸੀ ਦੇ ਵਿੱਚ ਪੈਂਦੇ ਹੋ? ਤੁਸੀਂ ਆਪਣੀ ਕਮਿਊਨਿਟੀ ਨੂੰ ਅਵੇਅਰ ਕਰਦੇ ਹੋ, ਆਪਣਾ ਇਤਿਹਾਸ ਦੱਸੋ, ਆਪਣੇ ਬਾਰੇ ਆਪਣੇ ਲੋਕਾਂ ਨੂੰ ਅਵੇਅਰ ਕਰੋ ਕਿ ਜੋ ਬਜ਼ੁਰਗਾਂ ਨੇ ਸਾਡੇ ਪਿਛਲਿਆਂ ਨੇ ਝੱਲ ਲਿਆ, ਤੁਸੀਂ ਹੁਣ ਨਾ ਚੱਲੋ। ਇਹ ਤਾਂ ਹੋ ਗਈ ਠੀਕ ਗੱਲ, ਲੇਕਿਨ ਦੂਜੇ ਨੂੰ ਡਾਊਨ ਕਰਕੇ ਆਪਣੀ ਕਮਿਊਨਿਟੀ ਨੂੰ ਉੱਪਰ ਕਰਨਾ, ਇਹ ਮੈਂ ਸਮਝਦਾ ਵੀ ਡਾਕਟਰ ਸਾਹਿਬ ਦੀ ਇਹ ਬੜੀ ਮਾੜੀ ਗੱਲ ਹੈ। ਪਰ ਇੱਕ ਚੀਜ਼ ਹੈ, ਤੁਸੀਂ ਪਹਿਲਾਂ ਵੀ ਆਵਾਜ਼ ਬੁਲੰਦ ਕਰਦੇ ਰਹੇ ਹੋ ਕਿ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿਸਾਨ ਮਜ਼ਦੂਰਾਂ ਦੀ ਸਾਂਝ ਹੈਗੀ ਆ, ਬਹੁਤ ਪੁਰਾਣੀ ਸਾਂਝ ਹੈ। ਤੁਹਾਨੂੰ ਕਿਉਂ ਪਹਿਲਾਂ ਵੀ ਸਵਾਲ ਚੁੱਕਦੇ ਰਹਿੰਦੇ ਹੋ, ਹੁਣ ਤਾਂ ਕਾਸਤ ਦੀ ਗੱਲ ਆ ਗਈ, ਬਹੁਤ ਸਾਰੀਆਂ ਗੱਲਾਂ ਸ਼ੁਰੂ ਹੋ ਗਈਆਂ। ਆਰਪੀ ਜੀ, ਲੱਗਦਾ ਨਹੀਂ ਇਹ ਚੀਜ਼ ਖਾਈ ਪਾਉਣ ਵਾਲੀ ਗੱਲ ਹੈ? ਲੱਗਦਾ ਨਹੀਂ ਚੀਜ਼ ਨੂੰ ਵਾਈਂਡ ਅਪ ਕਰ ਦੇਣਾ ਚਾਹੀਦਾ? ਮੈਂ ਨਾ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ। ਕਮੈਂਟ ਮੇਰੀ ਪਹਿਲਾਂ ਜਿਹਨੇ ਵੀ ਕਮੈਂਟ ਕਰਨਾ ਨਾ ਥੱਲੇ, ਪਹਿਲਾਂ ਮੇਰੀ ਗੱਲ ਨੂੰ ਸੋਚਿਓ ਤੇ ਸਮਝਿਓ। ਤੜ ਕਮੈਂਟ ਨਾ ਲਿਖਣੇ ਸ਼ੁਰੂ ਕਰ ਦਿਓ, ਪਹਿਲਾਂ ਉਹਨੂੰ ਸਮਝਣਾ ਚਾਹੀਦਾ। ਮੈਨੂੰ ਥੋੜ੍ਹੇ ਇਸ ਤਰ੍ਹਾਂ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਇਸ ਤਰ੍ਹਾਂ ਥੋੜ੍ਹੇ ਦਿਨ ਪਹਿਲਾਂ ਮੈਂ ਕਿਸੇ ਬੰਦੇ ਨਾਲ ਗੱਲ ਕਰ ਰਿਹਾ ਸੀਗਾ। ਉਹ ਆਈ ਥਿੰਕ ਸੋ ਕਿ ਮੈਨੂੰ ਮਤਲਬ ਕਿਸੇ ਮਤਲਬ ਜੱਟ ਭਾਈ ਲੱਗਦਾ ਸੀਗਾ। ਮੈਨੂੰ ਕਹਿੰਦੇ ਭਾਜੀ ਵੀ ਤੁਸੀਂ ਬੜਾ ਇਹਨਾਂ ਦੇ ਹੱਕ 'ਚ ਬੋਲ ਰਹੇ ਹੋ ਇਸ ਕਾਸਟ ਦੇ, ਤੇ ਤੁਸੀਂ ਵੀ ਇਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ। ਮੈਂ ਕਿਹਾ ਭਾਜੀ ਵੀ ਬੇਨਤੀ ਇਹ ਆ ਬੜਾ, ਮੈਂ ਕਿਹਾ ਜੀ ਮਹਾਰਾਜ ਨੇ ਕੀ ਕਿਹਾ ਹੈ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ। ਵੀ ਜੇ ਆਪਾਂ ਕਿਸੇ ਦੇ ਹੱਕ ਦੀ ਗੱਲ ਕਰਨੀ ਆ, ਕਿਸੇ ਗਰੀਬ ਗੁਰਬੇ ਦੀ ਗੱਲ ਕਰਨੀ ਆ, ਤਾਂ ਸਾਨੂੰ ਉਸ ਜਾਤ ਦਾ ਹੋਣਾ ਜ਼ਰੂਰੀ ਥੋੜ੍ਹੀ ਹੈਗਾ ਕਿ ਪਹਿਲਾਂ ਮੈਂ ਉਸ ਜਾਤ ਦਾ ਹੋਵਾਂ ਤੇ ਤਾਂ ਮੈਂ ਉਸ ਬੰਦੇ ਦੀ ਮਦਦ ਕਰਾਂ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ। ਮਹਾਰਾਜ ਨੇ ਤਾਂ ਕਿਹੜੇ ਫਲਸਫਾ ਦਿੱਤਾ ਤੇ ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋਏ ਹੋ? ਇੱਕ ਗੱਲ। ਦੂਜੀ ਗੱਲ ਜਿਹੜੀ ਤੁਸੀਂ ਮੈਨੂੰ ਗੱਲ ਕਹੀ ਆ ਭਾਜੀ, ਦੇਖੋ ਜਿੱਥੇ ਤੱਕ ਰਗਰੇਟੇ ਜਾਤ ਪਾਤ ਦੀ ਗੱਲ ਕਰਦੇ ਨੇ, ਬਿਲਕੁਲ ਅੱਜ ਵੀ ਪਿੰਡਾਂ 'ਚ ਵਿਤਕਰਾ ਹੈਗਾ। ਜਿਹੜੇ 9 ਮਾਸ ਦੀ ਰਿਸ਼ਤੇ ਦੀ ਗੱਲ ਕਰਦੇ ਨੇ, ਮੈਂ ਮਾफ़ ਕਰਨਾ, ਜਦੋਂ ਇੱਕ ਬਾਜਵਾ ਹੈ ਇੰਗਲੈਂਡ ਤੋਂ ਜਾਂ ਕੈਨੇਡਾ ਕਿੱਥੋਂ, ਉਹਨੇ ਲਾਈਵ ਹੋ ਕੇ ਜਿਹੜੀ ਸਾਡੀਆਂ ਛੋਟੀਆਂ ਜਾਤਾਂ ਨੇ, ਮੈਂ ਛੋਟੀਆਂ ਤਾਂ ਕਹਿੰਦਾ ਹੀ ਨਹੀਂ ਆ ਕਿਉਂਕਿ ਉਹਨਾਂ ਦਾ ਵਿਰਸਾ ਬਹੁਤ ਅਮੀਰ ਆ, ਜਿਨ੍ਹਾਂ ਨੇ ਐਡੀਆਂ ਕੁਰਬਾਨੀਆਂ ਕੀਤੀਆਂ ਹੋਣ ਭਾਜੀ, ਜਿਨ੍ਹਾਂ ਨੇ ਐਡੇ ਗੁਰੂ ਮਹਾਰਾਜ ਦੇ ਨਾਲ ਖੜ ਕੇ ਜੰਗਾਂ ਲੜੀਆਂ ਹੋਣ, ਹੈ ਜੀ। ਪੈਸੇ ਦਾ ਕੀ ਆ? ਉਹ ਲੋੜਵੰਦ ਆ, ਗਰੀਬ ਆ। ਮੈਂ ਕਹਿੰਦਾ ਗਰੀਬ ਵੀ ਨਹੀਂ ਕਹਿੰਦਾ ਮੈਂ ਉਹਨਾਂ ਨੂੰ, ਉਹ ਲੋੜਵੰਦ ਕਹਿੰਦਾ, ਜ਼ਰੂਰਤਮੰਦ ਕਹਿੰਦਾ। ਉਹ ਪੈਸਾ ਤਾਂ ਕਿਸੇ ਟਾਈਮ ਕਮਾ ਕੇ ਅਮੀਰ ਬਣਿਆ ਜਾ ਸਕਦਾ, ਵਿਰਸਾ ਖਰੀਦਿਆ ਜਾ ਸਕਦਾ ਨਹੀਂ ਕੀਤਾ ਜਾ ਸਕਦਾ। ਇਹ 9 ਮਾਸ ਦਾ ਜਿਹੜਾ ਰਿਸ਼ਤਾ ਹੈ ਨਾ, ਜਿਹੜੀ ਗੱਲਾਂ ਕਰਦੇ ਨੇ ਲਾਈਵ ਹੋ ਕੇ 9 ਮਾਸ ਦਾ, ਮੈਂ ਇੱਕ ਉਹਨਾਂ ਸਾਰੇ ਬੁੱਧੀਜੀਵੀ ਮੇਰੇ ਭਰਾ ਨੇ ਸਾਰੇ, ਉਹਨਾਂ ਬੁੱਧੀਜੀਵੀਆਂ ਨੇ ਪੁੱਛਣਾ ਚਾਹੁੰਦਾ, ਉਦੋਂ 9 ਮਾਸ ਦਾ ਰਿਸ਼ਤਾ ਕਿੱਦਣ ਗਿਆ ਸੀ ਜਦੋਂ ਜਾਤਾਂ ਨੂੰ ਉਹਨਾਂ ਦੀਆਂ ਲੇਡੀਜ਼ ਨੂੰ ਸੰਬੋਧਨ ਕਰਕੇ ਤੇ ਗੰਦੀਆਂ ਗਾਲਾਂ ਕੱਢਦਾ ਸੀ। ਮੈਂ ਖੇਤਾਂ 'ਚ ਐਂ ਕਰਦੇ ਰਹੇ ਸੀ, ਉਹ ਕਰਦੇ ਰਹੇ, ਉਸ ਸ਼ਬਦ ਅਸੀਂ ਬੋਲ ਵੀ ਨਹੀਂ ਸਕਦੇ। ਉਦੋਂ 9 ਮਾਸ ਦਾ ਰਿਸ਼ਤਾ ਕਿ ਉਦੋਂ ਇਹ ਸਾਰੇ ਬੁੱਧੀਜੀਵੀ ਲਾਈਵ ਹੋ ਕੇ ਜਿਹੜੇ ਅੱਜ ਰੇਟਾ ਸਾਹਿਬ ਨੂੰ ਗਾਲਾਂ ਕੱਢ ਰਹੇ ਆ, ਉਦੋਂ ਉਹ ਬੁੱਧੀਜੀਵੀ ਕਿੱਥੇ ਸੀਗੇ? ਉਦੋਂ 9 ਮਾਸ ਦਾ ਰਿਸ਼ਤਾ ਕਿੱਥੇ ਗਿਆ ਸੀਗਾ? ਉਹ ਕਹਿੰਦੇ ਵੀ ਓਏ ਉਹ ਵੀ ਸਾਡੀਆਂ ਧੀਆਂ ਭੈਣਾਂ, ਤੂੰ ਇਹ ਕਿਵੇਂ ਗਲਤ ਬੋਲਦਾ? ਕਿਸੇ ਭਰਾ ਨੇ, ਕਿਸੇ ਹੋਰ ਕਮਿਊਨਿਟੀ ਦੇ ਭਰਾ ਨੇ ਕਿਸੇ ਕੰਪਲੇਂਟ ਦਰਜ ਕਰਾਈ ਆ ਵੀ ਇਹ ਕਮਿਊਨਿਟੀ ਦਾ ਬੰਦਾ ਸਾਡੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢ ਰਿਹਾ? ਨਹੀਂ। ਇਹ 9 ਮਾਸ ਦਾ ਰਿਸ਼ਤਾ ਖਾਲੀ ਬੱਟਾਂ ਤੱਕ, ਖੇਤਾਂ ਦੀਆਂ ਤੱਕ ਔਰ ਖਾਲੀ ਖੁੱਲੀਆਂ ਤੱਕ ਹੀ ਨਹੀਂ ਰਹਿਣਾ ਚਾਹੀਦਾ। ਅਸਲ 'ਚ 9 ਮਾਸ ਦਾ ਰਿਸ਼ਤਾ ਨਿਭਾਉਣਾ ਹੈ ਇੱਥੇ ਤੱਕ ਹੀ ਹੈ ਜੀ, ਇੱਥੇ ਤੱਕ ਹੀ ਆ ਰਿਸ਼ਤਾ, ਇੱਥੇ ਤੱਕ ਹੀ ਆ। ਇਹ ਸੱਚਾਈ ਆ, ਇਹ ਗੱਲ ਨੂੰ ਮੰਨਣਾ ਪਊਗਾ। ਮਾਫ਼ ਕਰਨਾ, ਜੇ ਡਾਕਟਰ ਭੀਮ ਰਾਓ, ਮੈਂ ਉਹਨਾਂ ਨੂੰ ਫੋਲੋ ਕਰਦਾ, ਉਹਨਾਂ ਦਾ ਸੰਵਿਧਾਨ ਪੜ੍ਹਦਾ, ਠੀਕ ਆ ਜੀ। ਮੈਨੂੰ ਕੋਈ ਜਾਤ ਪੁੱਛਦਾ, ਮੈਂ ਕਹਿੰਦਾ ਜੀ ਮੈਂ ਤਾਂ ਬੰਦਾ ਜੀ, ਮੈਂ ਤਾਂ ਇਨਸਾਨ ਆ, ਠੀਕ ਆ। ਮੈਂ ਤਾਂ ਜੇ ਕਿਸੇ ਜੱਟ ਭਾਈ ਦੇ ਧੱਕਾ ਹੋਊਗਾ, ਕਿਸੇ ਬਾਹਮਣ ਦੇ, ਧੋਬੀ ਦੇ, ਛਿੰਬੇ ਤੇ, ਨਾਈ ਤੇ, ਕਿਸੇ ਤੇ ਬਾਹਮਣ ਤੇ, ਕਿਸੇ ਤੇ ਵੀ ਹੋ ਜਾਵੇ ਧੱਕਾ, ਆਪਾਂ ਤਾਂ ਉਹਦੇ ਨਾਲ ਹੱਕ ਖੜ ਕੇ ਗੱਲ ਕਰਾਂਗੇ। ਮੈਨੂੰ ਤਾਂ ਕੋਈ ਹਰਜ ਨਹੀਂ ਹੈ ਜੀ ਕਿਸ ਦੀ ਆਵਾਜ਼ ਚੱਕਣ ਦੇ ਵਿੱਚ, ਲੇਕਿਨ ਬੰਦਾ ਸਹੀ ਹੋਣਾ ਚਾਹੀਦਾ। ਪਰ ਆਹ ਤਾਂ ਕੋਈ ਗਲਤ ਗੱਲ ਨਹੀਂ ਹੈਗੀ ਵੀ ਜੇ ਕੋਈ ਆਪਣੀ ਬਰਾਦਰੀ ਦੀ ਗੱਲ ਕਰਦਾ ਜਾਂ ਆਪਣੇ ਲੋਕਾਂ ਨੂੰ ਅਵੇਅਰ ਕਰਦਾ ਤਾਂ ਸਾਰੇ ਉਹਦੇ ਦੁਆਲੇ ਹੋ ਗਏ। ਮਾਫ਼ ਕਰਨਾ, ਬਾਬਾ ਕੁਲਵਿੰਦਰ ਸਿੰਘ ਜੀ ਨੇ ਇੱਕ ਦੋ ਬਾਟਿਆਂ ਦੀ ਗੱਲ ਕਰੀ ਸੀ, ਬਿਲਕੁਲ ਹੋ ਰਿਹਾ ਜੀ। ਤੁਸੀਂ ਅੱਜ ਵੀ ਉਹ ਜਿਹੜੀ ਸੰਪਰਦਾ ਦੀ ਗੱਲ ਕਰਦੇ ਹੋ, ਉਸ ਸੰਪਰਦਾ ਦੇ ਵਿੱਚ ਚੱਲ ਜਾਓ ਤੁਸੀਂ। ਪਹਿਲਾਂ ਜਦੋਂ ਜਾਂਦੇ ਹਾਂ ਆਪਾਂ ਉੱਥੇ, ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਤਿਆਰ ਕੀਤਾ ਸੀਗਾ ਜੀ, ਠੀਕ ਹੈ ਜੀ। ਆਪਾਂ ਰਾਮ ਰਹੀਮ ਦੇ ਸਾਰੇ ਦੁਆਲੇ ਹੋ ਗਏ ਸੀ, ਡਰੈਸ ਪਾ ਲਈ ਸੀ ਉਹਨੇ, ਹੈ ਨਾ ਜੀ, ਸਾਰੇ ਦੁਆਲੇ ਹੋ ਗਏ ਸੀਗੇ। ਅਤੇ 2 ਵਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮੰਗ ਪੱਤਰ ਦੇ ਚੁੱਕੇ ਆ ਬਾਬਾ ਕੁਲਵਿੰਦਰ ਸਿੰਘ ਜੀ ਹੋਣੀ, ਅਤੇ ਅੱਜ ਤੱਕ ਕੋਈ ਐਕਸ਼ਨ ਕਿਉਂ ਨਹੀਂ ਲਿਆ? ਵੀ ਤੁਸੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਦੇ ਚਲਾਈ ਹੋਈ ਪ੍ਰਥਾ ਦੇ ਉਲਟੀ ਕੰਮ ਕਰ ਰਹੇ ਹੋ। ਇਹ ਵੀ ਤਾਂ ਬੇਅਦਬੀ ਆ।
ਉੱਥੇ ਤਾਂ ਇਹ ਬੁੱਧੀਜੀਵੀ ਜਿਹੜੇ ਮੇਰੇ ਪਿਆਰੇ ਵੀਰ ਸਾਰੇ ਗਾਲਾਂ ਕੱਢਦੇ ਨੇ ਗੰਦੀਆਂ ਗੰਦੀਆਂ ਖੜੇ ਹੋ ਕੇ। ਉਹਦੀ ਮਾਂ ਦਾ ਸਿਵਾ ਤੱਕ ਫੋਲਤਾ, ਉਹ ਜੱਟ ਦੇ ਕੋਲ ਕੰਮ ਕਰਦੀ ਸੀਗੀ, ਠੀਕ ਆ, ਤੇ ਇਹ ਜੱਟ ਦਾ ਹੀ ਪੁੱਤ ਹੈ, ਇਹ ਫਲਾਨਾ ਢਮਕਾਣਾ। ਮਾਫ ਕਰਨਾ, ਮੈਂ ਉਸ ਵੀਰ ਨੂੰ ਵੀ ਕਹਿਣਾ ਚਾਹੁੰਦਾ, ਘੱਟ ਤਾਂ ਆਰਪੀ ਜੀ ਰੰਗਰੇਟਾ ਜੀ ਵੀ ਨਹੀਂ ਗੁਜ਼ਾਰਦੇ। ਮੈਂ ਕਹਿੰਦਾ ਜੀ ਬਿਲਕੁਲ, ਮੈਂ ਤਾਂ ਪਹਿਲੇ ਸ਼ਬਦ ਹੀ ਰੰਗਰੇਟਾ ਜੀ ਦੇ ਖਿਲਾਫ ਬੋਲਿਆ ਵੀ ਉਹਨਾਂ ਨੂੰ ਆਪਣੇ ਸ਼ਬਦਾਂ ਦੇ ਉੱਪਰ ਕਿੰਤੂ ਆਪਣੀ ਸੰਯਮ ਰੱਖਣਾ ਚਾਹੀਦਾ, ਤੇ ਘੱਟ ਉਸ ਭਰਾ ਨੇ ਵੀ ਨਹੀਂ ਕੀਤੀ। ਇੱਕ ਮਾਂ ਹੀ ਹੁੰਦੀ ਹੈ ਜਿਹਨੂੰ ਪਤਾ ਹੁੰਦਾ ਵੀ ਮੇਰਾ ਇਹਦਾ ਅਸਲੀ ਬਾਪ ਕੌਣ ਆ, ਫਿਰ DNA ਤਾਂ ਉਹਨਾਂ ਨੂੰ ਵੀ ਚੈੱਕ ਕਰਾ ਲੈਣਾ ਚਾਹੀਦਾ ਆਪਣਾ। ਜੇ ਰੰਗਰੇਟੇ ਨੇ ਗਲਤ ਬੋਲਿਆ ਤੇ ਫਿਰ ਉਹਨੇ ਕਿਹੜਾ ਘੱਟ ਕਰਤੀ, ਫਿਰ ਰੰਗਰੇਟੇ ਤੇ ਉਹਨਾਂ 'ਚ ਫਰਕ ਤਾਂ ਕੋਈ ਵੀ ਨਹੀਂ ਰਿਹਾ। ਗਲਤ ਤਾਂ ਨਾ ਉਹਦੇ 'ਚ ਫਰਕ ਰਿਹਾ ਨਾ ਉਹਦੇ 'ਚ ਫਰਕ ਰਿਹਾ, ਤਾਂ ਫਿਰ DNA ਉਹਨੂੰ ਵੀ ਚੈੱਕ ਕਰਾਉਣਾ ਚਾਹੀਦਾ ਵੀ ਤੂੰ ਕਿਹਦਾ ਭਰਾਵਾ, ਤੂੰ ਵੀ ਚੈੱਕ ਕਰਾ ਲਾ ਆਪਣਾ। ਸੋ ਇਹ ਗੱਲਾਂ ਨਾਲ ਲਾਈਵ ਹੋ ਕੇ ਕਿਸੇ ਨੂੰ ਗਾਲਾਂ ਕੱਢਣ ਨਾਲ, ਕਿਸੇ ਦੀ ਜਾਤ ਬੋਲਣ ਨਾਲ ਇੱਦਾਂ ਕੁਝ ਨਹੀਂ ਬਣਨਾ। ਹਾਂ, ਆਪਣੀ ਕਮਿਊਨਿਟੀ ਵਿੱਚ ਮਾਫ ਕਰਨਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਬਾਬਾ ਜੀਵਨ ਸਿੰਘ ਜੀ ਅਨੰਦਪੁਰ ਸਾਹਿਬ ਆਏ, ਹੁਣ 5 ਤਰੀਕ ਨੂੰ ਵੱਡਾ ਵਿਸ਼ਵ ਪੱਧਰ ਤੇ ਉਹਨਾਂ ਦਾ ਬਾਬਾ ਜੀਵਨ ਸਿੰਘ ਜੀ ਦਾ ਮਨਾ ਰਹੇ ਆ, ਠੀਕ ਹੈ ਜੀ, ਪ੍ਰਕਾਸ਼ ਦਿਵਸ, ਤੇ 5 ਸਿੰਘ ਸਾਹਿਬ ਉਹਨਾਂ ਦੀ ਅਗਵਾਈ ਕਰ ਰਹੇ ਨੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਲੈ ਕੇ ਆਏ ਆ, ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਫ਼ਜ਼ ਦੇਖਿਓ ਉਹਨਾਂ ਨੇ ਕੀ ਕਹੇ ਨੇ। ਉਹਨਾਂ ਨੇ ਕਿਹਾ ਸੀ ਧੰਨ ਸਿੱਖੀ ਧੰਨ ਕਮਾਈ। ਬਾਬਾ ਜੀਵਨ ਸਿੰਘ ਜੀ ਨੂੰ ਕਿਹਾ ਵੀ ਧੰਨ ਤੇਰੀ ਸਿੱਖੀ ਆ, ਧੰਨ ਕਿਹਾ ਵੀ ਧੰਨ ਤੇਰੀ ਸਿੱਖੀ ਆ, ਤੇ ਜਿਹੜੀ ਤੂੰ ਕਮਾਈ ਕੀਤੀ ਉਹ ਵੀ ਧੰਨ ਆ। ਧੰਨ ਕਹੋ ਰੰਗਰੇਟੇ, ਨਾਲ ਹੁਕਮ ਕਰਤਾ ਸੰਗਤ ਨੂੰ ਵੀ ਤੁਸੀਂ ਵੀ ਕਹੋ, ਤੁਸੀਂ ਕਹੋ ਵੀ ਧੰਨ ਆ ਰੰਗਰੇਟੇ, ਧੰਨ ਕਹੋ ਰੰਗਰੇਟੇ। ਕੌਣ ਅਛੂਤ ਇਹਨਾਂ ਨੂੰ ਆਖੇ, ਇਹ ਹਨ ਗੁਰ ਕੇ ਬੇਟੇ, ਇਹ ਗੁਰੂ ਦੇ ਪੁੱਤ ਨੇ। ਹਮ ਵੀ ਮਜਬੀ ਤੁਮ ਵੀ ਮਜਬੀ, ਇਹੋ ਮਜਬ ਹਮਾਰਾ, ਕਹੋ ਰੰਗਰੇਟੇ ਗੁਰ ਕੇ ਬੇਟੇ, ਪੰਥ ਸੰਗ ਰਹੇ ਅਮੇਟੇ। ਮਹਾਰਾਜ ਨੇ ਤਾਂ ਕਿਹਾ ਵੀ ਅਸਲੀ ਪੁੱਤ ਮੇਰੇ ਇਹ ਨੇ ਜਿਹੜੇ ਪੰਥ ਸੰਗ ਰਹੇ ਅਮੇਟੇ, ਜਿਹੜੇ ਐਂਡ ਟਾਈਮ ਤੱਕ, ਆਖਰੀ ਸਮੇਂ ਤੱਕ ਮੇਰੇ ਨਾਲ ਖੜੇ ਰਹੇ, ਕੋਈ ਤਨਖਾਹ ਨਹੀਂ ਲਈਆਂ, ਕੋਈ ਭੱਜੇ ਨਹੀਂ ਮੈਨੂੰ ਛੱਡ ਕੇ, ਕੋਈ ਵਿਦਾਵਾ ਦੇ ਕੇ ਨਹੀਂ ਭੱਜੇ ਮੈਨੂੰ। ਤੇ ਅੱਜ ਜਾਂ ਤਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਗਲਤ ਹੋ ਗਏ, ਤੇ ਜਾਂ ਜਿਹੜੇ ਅੱਜ ਬੁੱਧੀਜੀਵੀ ਲਾਈਵ ਹੋ ਕੇ ਗਾਲਾਂ ਕੱਢਦੇ ਨੇ, ਜੇ ਵਿਤਕਰੇ ਕਰਦੇ ਨੇ ਪਿੰਡਾਂ ਦੇ ਵਿੱਚ, 2-2 ਗੁਰਦੁਆਰੇ ਬਣਾਏ ਹੋਏ ਨੇ, 2-2 ਸ਼ਮਸ਼ਾਨ ਘਾਟ ਬਣਾਏ ਹੋਏ ਨੇ, ਤੇ ਜਾਂ ਉਹ ਠੀਕ ਹੋ ਗਏ। ਚਾਹੇ ਮਜਬੀ ਸਿੰਘ ਇਹ ਵੀ ਸਿਸਟਮ ਹੈ ਨਾ। ਇਹ ਵੀ ਹੁਣ ਮਾਫ ਕਰਨਾ, ਇੱਕ ਵਾਰ ਮੇਰਾ ਹਰਮੰਦਰ ਸਾਹਿਬ ਜਾਣਾ ਹੋਇਆ, ਤਾਂ ਮੈਂ ਸਿੰਘ ਸਾਹਿਬ ਦਾ ਨਾਮ ਭੁੱਲ ਗਿਆ, ਆਈ ਥਿੰਕ ਸੋ। ਮੈਂ ਉਹਨਾਂ ਨੂੰ ਸਵਾਲ ਕੀਤਾ ਸੀਗਾ, ਮੈਂ ਕਿਹਾ ਸਿੰਘ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਹਾ ਸਿੰਘ ਸਾਹਿਬ ਮੇਰੇ ਇੱਕ ਮਨ 'ਚ ਸਵਾਲ ਬਹੁਤ ਉੱਠਦਾ। ਕਹਿੰਦੇ ਕੀ ਬੇਟੇ? ਮੈਂ ਕਿਹਾ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਬਣਾਏ ਸੀ? ਕਹਿੰਦੇ ਸਿੱਖ, ਅੰਮ੍ਰਿਤ ਛਕਾ ਕੇ ਸਿੱਖ ਬਣਾਏ। ਮੈਂ ਕਿਹਾ ਸੱਚੇ, ਮੈਂ ਕਿਹਾ ਤੁਸੀਂ ਬੜੇ ਉੱਚੇ ਅਹੁਦੇ 'ਤੇ ਬੈਠੇ ਹੋ, ਮੈਂ ਤਾਂ ਬਹੁਤ ਛੋਟਾ ਜਿਹਾ ਬੰਦਾ ਜੀ, ਤੁਸੀਂ ਬਹੁਤ ਗਿਆਨੀ ਹੋ। ਤੇ ਮੈਂ ਕਿਹਾ ਜੀ ਮੈਨੂੰ ਇਹ ਦੱਸੋ ਵੀ ਰਾਮਦਾਸੀਆ ਸਿੱਖ, ਮਜਬੀ ਸਿੱਖ, ਜੱਟ ਸਿੱਖ, ਨਾਈ ਸਿੱਖ, ਇਹ ਕਿਹਨੇ ਬਣਾਏ ਜੀ? ਜਦੋਂ ਮਹਾਰਾਜ ਨੇ ਸਿੱਖ ਬਣਾਤਾ ਤੇ ਇਹ ਜਾਤਾਂ ਦੇ ਵਿੱਚ ਡਿਵਾਈਡ ਕਿਹਨੇ ਕੀਤਾ? ਤੁਸੀਂ ਇਸ ਚੀਜ਼ 'ਤੇ ਕਦੇ ਕਿੰਤੂ ਪਰੰਤੂ ਜੇ ਸਰਕਾਰਾਂ ਨੇ ਲਿਖਤਾ, ਸਰਕਾਰਾਂ ਦੀ ਕਦੇ ਕਿੰਤੂ ਪਰੰਤੂ ਕੀਤੀ ਤੁਸੀਂ ਵੀ ਇਹ ਨਹੀਂ ਹੋਣਾ ਚਾਹੀਦਾ? ਜਿਹਦੇ ਪਿੱਛੇ ਸਿੰਘ ਲੱਗ ਗਿਆ ਉਹਦੀ ਜਾਤ ਨਹੀਂ ਹੋਣੀ ਚਾਹੀਦੀ, ਉਹਦੇ ਪਿੱਛੇ ਬਰਾੜ ਨਹੀਂ ਹੋਣਾ ਚਾਹੀਦਾ, ਉਹਦੇ ਪਿੱਛੇ ਬੱਲ ਨਹੀਂ ਹੋਣਾ ਚਾਹੀਦਾ, ਉਹਦੇ ਪਿੱਛੇ ਕੋਈ ਗੱਲ ਨਹੀਂ ਹੋਣੀ ਚਾਹੀਦੀ। ਕਦੇ ਚੱਕੀ ਆਵਾਜ਼ ਤੁਸੀਂ? ਤੇ ਮੈਂ ਸਰਕਾਰਾਂ ਹੁਣ ਪੋਲੀਟੀਕਲ ਪਾਰਟੀਆਂ ਦੀ ਲਾ ਲਓ, ਤੁਸੀਂ ਕਹਿੰਦੇ ਜਾਤ ਪਾਤ ਹੈ ਨਹੀਂ, 9 ਮਾਸ ਦਾ ਰਿਸ਼ਤਾ। ਮਾਫ ਕਰਨਾ, ਚਾਹੇ ਆਮ ਆਦਮੀ ਪਾਰਟੀ ਆ, ਚਾਹੇ ਕਾਂਗਰਸ ਆ, ਚਾਹੇ ਜਿਹੜੀ ਮਰਜ਼ੀ ਪਾਰਟੀ ਆ, ਜਿੰਨੇ ਐਸੀ ਬੰਦੇ ਉੱਥੇ ਜਾਂਦੇ ਨੇ, ਠੀਕ ਹੈ ਜੀ, ਚਾਹੇ ਉਹਦੇ 'ਚ ਕੁਆਲਿਟੀ 50,000 ਬੰਦੇ ਦਾ ਇਕੱਠ ਕਰਨ ਦੀ ਹੋਵੇ, ਉਹਦੀ ਕੁਆਲਿਟੀ ਨਹੀਂ ਦੇਖੀ ਜਾਂਦੀ, ਉਹਦੀ ਜਾਤ ਦੇਖੀ ਜਾਂਦੀ। ਫਿਰ ਉਹਨੂੰ ਪਤਾ ਕੀ ਲੈਂਦਾ, ਪ੍ਰਧਾਨ ਲਾਉਣਾ ਭਾਈ, ਕਿਹਦਾ ਲਾ ਦਿਓ ਇਹਨੂੰ ਜੀ, ਐਸੀ ਸੈੱਲ ਦਾ ਪ੍ਰਧਾਨ ਲਾ ਦਿਓ ਜ਼ਿਲ੍ਹੇ ਦਾ। ਲਾਇਆ ਉਹਨੂੰ ਅਹਿਸਾਸ ਇਹੀ ਕਰਾਇਆ ਜਾਂਦਾ ਕਿ ਤੂੰ ਐਸੀ ਆ, ਚਾਹੇ ਉਹ ਜਨਰਲ ਕੈਟਾਗਰੀ ਤੋਂ ਵੱਧ ਕੰਮ ਕਰਨ ਦਾ ਕੈਪੈਸਿਟੀ ਰੱਖਦਾ ਹੋਵੇ, ਲੇਕਿਨ ਉਹਨੂੰ ਅਹਿਸਾਸ ਕਰਾਇਆ ਜਾਂਦਾ ਵੀ ਤੂੰ ਮਜਬੀ ਆ, ਤੂੰ ਐਸੀ ਆ, ਤੂੰ ਚਮਾਰ ਆ, ਤੈਨੂੰ ਇਸੇ ਸੈੱਲ ਦਾ ਪ੍ਰਧਾਨ ਲਾਇਆ ਜਾਣਾ। ਕਦੇ ਜਰਨਲ ਕੈਟਾਗਰੀ ਦੀ ਪੋਸਟ ਜਿਹੜੀ ਆਪਣੀਆਂ ਸੀਟਾਂ ਹੁੰਦੀਆਂ, ਕਦੇ ਉੱਥੇ ਜਰਨਲ ਕੈਟਾਗਰੀ ਦੀ ਉਹਦੇ ਉੱਪਰ ਕਦੇ ਐਸੀ ਭਾਈਚਾਰੇ ਦਾ ਬੰਦਾ ਲੜਦਾ। ਰਾਖਵਾਂ ਕੋਟਾ ਹੁੰਦਾ ਨਾ, ਰਾਖਵਾਂ ਕੋਟਾ ਵੀ ਤਾਂ ਹੁੰਦਾ ਹੈ। ਮੈਂ ਦੱਸਦਾ ਜੀ, ਮੈਂ ਉਹੀ ਗੱਲ ਕਰਦਾ ਨਾ, ਰਾਖਵਾਂ ਕੋਟੇ ਦੀ ਗੱਲ ਕਰ ਲਓ। ਮਾਫ ਕਰਨਾ, ਮੈਂ ਕਿਸੇ ਕਾਸਟ ਨੂੰ ਹਿੱਟ ਨਹੀਂ ਕਰਦਾ, ਮੈਂ ਤਾਂ ਬਲੀਵ ਹੀ ਨਹੀਂ ਕਰਦਾ ਜੀ ਇਸ ਚੀਜ਼ 'ਚ, ਸਿੱਧੀ ਜੀ ਗੱਲ ਆ। 3 ਮਹੀਨੇ ਲਈ ਚਰਨਜੀਤ ਚੰਨੀ ਬਣਾਇਆ, ਮੈਂ ਉਹਦਾ ਫੋਲੋ ਨਹੀਂ ਹੈਗਾ, ਮੈਂ ਇਹ ਗੱਲ ਕਰਦਾ। 3 ਮਹੀਨੇ ਉਹਦੀ ਦਲਿਤ ਕਰ ਕਰਕੇ ਉਹਦੀ ਨਾਸ ਮਾਰਤਾ। ਨਾ ਤਾਂ ਉਹਦੀ ਕਿਸੇ ਨੇ ਗੋਲਡ ਮੈਡਲਿਸਟ ਡਿਗਰੀ ਦੇਖੀ ਵੀ ਯੂਨੀਵਰਸਿਟੀ ਤੋਂ ਪੜ੍ਹਿਆ ਹੋਇਆ, ਮੁੱਖ ਮੰਤਰੀ ਆ, ਸੰਵਿਧਾਨਕ ਪਦ 'ਤੇ ਬੈਠਾ। ਇਹ ਦਲਿਤ ਮੁੱਖ ਮੰਤਰੀ, ਇਹ ਦਲਿਤ ਮੁੱਖ ਮੰਤਰੀ, ਇਹ ਦਲਿਤ ਮੁੱਖ ਮੰਤਰੀ। ਉਹ ਮੁੱਖ ਮੰਤਰੀ ਕਿੱਥੇ ਰਹਿ ਗਿਆ? ਚਰਨਜੀਤ ਚੰਨੀ ਦਾ ਕੋਈ ਕਹਿੰਦਾ ਚੰਨੀ ਜਿਵੇਂ ਕਿ ਛੋਟੇ 3 4 ਕਲਾਸ ਦੇ ਬੱਚੇ ਦਾ ਚੰਨੀ ਦਲਿਤ। ਆ ਤਾਂ ਹਾਲਤ ਆ ਜੀ। ਫਿਰ ਤੁਸੀਂ ਕਿਵੇਂ ਕਹਿੰਦੇ ਆ ਗਗਨ ਜੀ ਵੀ ਜਾਤ ਪਾਤ ਹੈ ਨਹੀਂ ਗੀ? ਉਹ ਵੀ ਤਾਂ ਕਹੀ ਹੋ ਜਾਂਦੇ ਆ, ਤੁਹਾਡੇ ਬੰਦੇ ਵੀ ਕਹੀ ਜਾਂਦੇ ਮੈਂ ਗਰੀਬ ਪਰਿਵਾਰ ਚੋਂ ਉੱਠ ਕੇ ਆਇਆ, ਤੁਸੀਂ ਜਿਨ੍ਹਾਂ ਦੀ ਗੱਲ ਕਰ ਰਹੇ ਹੋ। ਮੇਰਾ ਬੰਦਾ ਕੋਈ ਨਹੀਂ ਜੀ, ਮੇਰੇ ਤਾਂ ਤੁਸੀਂ ਵੀ ਆ, ਜਿਨ੍ਹਾਂ ਦਾ ਜ਼ਿਕਰ ਖਾਸ ਤੁਸੀਂ ਕਰ ਰਹੇ ਹੋ ਨਾ। ਨਹੀਂ, ਮੈਂ ਕਹਿੰਦਾ ਜਿਨ੍ਹਾਂ ਨਾਲ ਧੱਕਾ ਹੁੰਦਾ, ਜੇ
ਜੇ ਤੁਹਾਡੇ ਨਾਲ ਧੱਕਾ ਹੋਊਗਾ ਨਾ ਸ਼ੁਕਲਾ ਜੀ, ਮੈਂ ਸਭ ਤੋਂ ਅੱਗੇ ਹੋ ਕੇ ਖੜੂੰਗਾ। ਜੇ ਕਿਸੇ ਸਾਡਾ ਕੋਈ ਦੁਸ਼ਮਣ ਨਹੀਂ ਆ। ਮੈਂ ਕਹਿੰਦਾ ਜੀ, ਅੱਜ ਤੱਕ ਜਿੰਨੇ ਵਾਰ ਵੀ ਮੇਰੇ ਤੇ ਕਿਤੇ ਵਿਪਤਾ ਪਈ ਆ, ਫਿਜ਼ੀਕਲੀ ਫਾਈਨੈਂਸ਼ੀਅਲੀ, ਮੇਰੇ ਸਾਰੇ ਦੋਸਤ ਨੇ, ਜੱਟ ਭਰਾ ਵੀ ਨੇ, ਬਾਹਮਣ ਵੀ ਨੇ, ਧੋਬੀ ਨੇ, ਮੈਂ ਤੁਹਾਨੂੰ ਕੀ ਪਤਾ ਮੈਂ ਕਿਸ ਕਾਸਟ ਦਾ, ਮੇਰੇ ਨਾਲ ਖੜੇ ਨੇ ਸਾਰੇ, ਮੈਂ ਕਿਵੇਂ ਕਿਸੇ ਨੂੰ ਮਾੜਾ ਕਹਿ ਦੇਵਾਂ। ਲੇਕਿਨ ਜਿੱਥੇ ਵਿਤਕਰਾ ਹੁੰਦਾ, ਗੱਲ ਆਪਾਂ ਉੱਥੇ ਦੀ ਕਰੀਏ। ਮੈਂ ਗੁਰਿੰਦਰ ਸਿੰਘ ਨੂੰ ਵੀ ਇਹ ਗੱਲ ਕਹੂੰਗਾ, ਜਿੱਥੇ ਹੁੰਦਾ ਉੱਥੇ ਦੀ ਗੱਲ ਕਰ ਯਾਰ, ਸਾਰਿਆਂ ਨੂੰ ਇੱਕੇ ਰੱਸੀ 'ਚ ਨਾ ਤੋਲ। ਜਿੱਥੇ ਹੁੰਦਾ ਵਿਤਕਰਾ ਹੁੰਦਾ ਉੱਥੇ ਜਾ ਕੇ ਆਵਾਜ਼ ਚੱਕੋ, ਲਾਈਵ ਹੋ। ਤੁਹਾਡੇ ਕੋਲ ਹੱਕ ਆ, ਸੰਵਿਧਾਨਕ ਹੱਕ ਆ, ਤੁਸੀਂ SSP ਨੂੰ ਐਪਲੀਕੇਸ਼ਨ ਦਿਓ, DC ਨੂੰ ਦਿਓ ਵੀ ਆਹ ਸਾਡੇ ਬੰਦੇ ਨਾਲ ਧੱਕਾ ਹੋ ਰਿਹਾ ਜੀ। ਸੁਣਵਾਈ ਨਹੀਂ ਹੁੰਦੀ, ਧਰਨੇ ਲਾਓ, ਆਪਣੇ ਲੋਕਾਂ ਨੂੰ ਇਕੱਠ ਕਰੋ, ਗੱਲ ਖਤਮ ਹੈ। ਕਾਨੂੰਨ 'ਚ ਬਹੁਤ ਚੀਜ਼ਾਂ ਹੈ, ਅਗਰ ਕੋਈ ਕਿਸੇ ਨੂੰ ਹਿੱਟ ਕਰਦਾ ਤਾਂ SC ਐਕਟ ਵੀ ਲੱਗਦਾ ਉਹਦੇ ਤੇ। ਲੱਗਦਾ, ਉਹੀ ਤਾਂ ਗੱਲ ਹੈ ਨਾ। ਤੁਸੀਂ ਉਧਰ ਨੂੰ ਚੱਲੋ ਨਾ, ਬਜਾਏ ਲਾਈਵ ਹੋ ਕੇ ਕਿਸੇ ਗਾਲਾਂ ਕੱਢੀ ਜਾਣੀਆਂ। ਆਪਾਂ ਆ ਜੱਟ ਫਲਾਨੇ, ਇੱਕ ਮਿੰਟ, ਹੁਣ ਡਾਕਟਰ ਸਾਹਿਬ ਮੇਰੀ ਵੀਡੀਓ ਦੇਖਣ ਕੇ ਕਹਿਣਗੇ ਵੀ ਕੀ ਬੋਲਦਾ ਹੈ। ਹੁਣ ਇੱਕ ਮਿੰਟ, ਪੜ੍ਹੇ ਲਿਖੇ ਨੇ ਉਹ, ਇੱਕ ਕਹਿੰਦੇ ਇਹ ਤਾਂ ਖੁਰਕ ਖਾਣੀਆਂ ਕੁੱਤੀਆਂ ਨੇ, ਉਹਨਾਂ ਦੇ ਮੂੰਹ 'ਚ ਲਫ਼ਜ਼ ਚੰਗੇ ਲੱਗਦੇ ਨੇ। ਕੁਰ ਇਹ ਕੀ ਹੈ? ਕੀ ਹੈ? ਮੂੰਹ ਤੇ ਤੁਹਾਡੇ ਦਾੜਾ, ਸਿਰ ਤੇ ਤੁਹਾਡੇ ਪੱਗ ਆ ਯਾਰ, ਹੱਦ ਹੋ ਗਈ ਆ। ਇਹ ਕੀ ਹੈ? ਇਹ ਪੜ੍ਹਿਆ ਲਿਖਿਆ ਸਮਾਜ ਆ, ਪੜ੍ਹੇ ਲਿਖੇ ਲੋਕ ਤੁਹਾਨੂੰ ਵਾਚ ਕਰ ਰਹੇ, ਦੇਖ ਰਹੇ ਨੇ, ਤੁਹਾਡਾ ਸਮਾਜ ਤੁਹਾਨੂੰ ਵਾਚ ਕਰ ਰਿਹਾ। ਤੁਸੀਂ ਇਹ ਸਾਹਿਬ ਕੋਈ ਡਾਕਟਰ ਸਾਹਿਬ ਵਾਲੀਆਂ ਗੱਲਾਂ ਹੈਗੀਆਂ? ਮੈਨੂੰ ਤਾਂ ਲੱਗਦੀ ਨਹੀਂ ਜੀ, ਮੈਂ ਬੀ ਫਰੈਂਕ। ਜਦ ਕਿ ਮੈਂ ਉਹਨਾਂ 60% ਗੱਲਾਂ ਨਾਲ ਸਹਿਮਤ ਹਾਂ, ਲੇਕਿਨ ਜਿੱਥੇ ਗਲਤ ਆ, ਗੱਲ ਉੱਥੇ ਹੈਗੀ ਨਾ ਜਿੱਥੇ ਗਲਤ ਆ। ਮੈਂ ਸ਼ਰੇਆਮ ਕਹਿੰਦਾ ਬਿਲਕੁਲ ਗਲਤ। ਸਿੱਧੂ ਮੂਸੇਵਾਲਾ 28-29 ਸਾਲ ਦਾ ਬੱਚਾ, ਤੇਰਾ ਕੀ ਚੱਕ ਲਿਆ ਉਹਨੇ ਯਾਰ? ਕੀ ਉਹ ਜੱਟ ਕਰੀ ਜਾਂਦਾ, ਉਹ ਰੰਗਰੇਟਾ ਜੀ ਨੂੰ ਤਕਲੀਫ ਹੈ ਇਸ ਗੱਲ। ਤੁਸੀਂ ਰੰਗਰੇਟਾ ਨਹੀਂ ਕਰਦੇ? ਤੁਸੀਂ ਜੱਟਾਂ ਦੀ ਕਿੱਥੇ ਮਦਦ ਕਰਤੀ? ਤੁਸੀਂ ਵੀ ਤਾਂ ਰੰਗਰੇਟਾ ਕਰਦਾ। ਆਪਣੀ ਕਮਿਊਨਿਟੀ ਦੀ ਗੱਲ ਕਰਨੀ ਜਾਂ ਕਰਦਾ ਜੱਟ ਯਾਰ, ਤੈਨੂੰ ਕੀ ਤਕਲੀਫ ਆ? ਤੁਸੀਂ ਤੁਸੀਂ ਮਜਬੀ ਜੋ ਮਰਜ਼ੀ ਕਰੀ ਚੱਲੋ, ਤੁਹਾਨੂੰ ਰੋਕਦਾ ਕੋਈ? ਤੁਹਾਨੂੰ ਵੀ ਕੋਈ ਰੋਕਦਾ? ਜੇ ਤੁਸੀਂ ਮੰਨ ਲਓ ਉਹਨੂੰ ਛੋਟਾ ਕਰਨਾ ਚਾਹੁੰਦੇ ਹੋ, ਤੁਸੀਂ ਆਪਣੀ ਲਾਈਨ ਵੱਡੀ ਕਰ ਲਓ। ਤੁਸੀਂ ਪਹਿਲਾਂ ਜਿੰਨਾ ਜ਼ੋਰ ਉਹਦੀ ਲਾਈਨ ਨੂੰ ਛੋਟਾ ਕਰਨ ਚ ਲਾਉਂਦੇ ਹੋ, ਤੁਸੀਂ ਆਪਣੀ ਲਾਈਨ ਵੱਡੀ ਕਰ ਲਓ। ਇਹ ਤਾਂ ਕੋਈ ਮਤਲਬ ਨਹੀਂ ਹੋਇਆ। ਉਹ ਜੱਟ ਕਰਦਾ, ਜੱਟ ਦਾ ਜੱਟ ਹੀ। ਜੇ ਉਹ ਜੱਟ ਆ, ਪਹਿਲੀ ਗੱਲ ਤਾਂ ਇਹ ਕਾਸਟ ਹੋਣੀ ਨਹੀਂ ਚਾਹੀਦੀ, ਸਿੱਖ ਆ ਉਹ, ਠੀਕ ਆ। ਸਿੱਧੂ ਮੂਸੇਵਾਲਾ, ਮੈਂ ਵੀ ਮਿਲਿਆ ਉਹਨੂੰ, ਬੰਦਾ ਬੜਾ ਹਲੀਮੀ ਸੀ, ਡਾਊਨ ਟੂ ਅਰਥ ਸੀਗਾ ਯਾਰ, ਥੱਲੇ ਤੋਂ ਉੱਠਿਆ ਹੋਇਆ ਬੰਦਾ। ਕੋਈ ਰਾਈਜ਼ ਕਰ ਗਿਆ, ਕੋਈ ਗੁਨਾਹ ਕਰਤਾ ਉਹਨੇ? ਉਹਦਾ ਇਹ ਚੀਜ਼ ਵਿਕਦੀ ਸੀ, ਉਹ ਕਲਾਕਾਰ ਸੀ, ਉਹ ਵੇਚਦਾ ਸੀ, ਲੋਕ ਪਸੰਦ ਕਰਦੇ ਸੀ। ਕਹਿੰਦੇ ਵੀ ਉਹਨੇ ਇੱਕ ਇੰਟਰਵਿਊ 'ਚ ਵੀ ਕਿਹਾ, ਕਹਿੰਦੇ ਅਗਰ ਜੇ ਮੇਰੇ ਇਸ ਤਰ੍ਹਾਂ ਦਾ ਗਾਉਣਾ ਬੋਲਣਾ ਹੰਕਾਰ ਹੈ ਤਾਂ ਇਹ ਹੰਕਾਰ ਮੇਰਾ ਵਿਕਦਾ। ਉਹਦੀ ਕਲਾ ਹੈ। ਮੈਂ ਵਿਕਦਾ, ਉਹ ਹੰਕਾਰ ਵਿਕਦਾ ਸੀ, ਲੋਕ ਪਸੰਦ ਕਰਦੇ ਸੀ। ਉਹ ਕਹਿੰਦਾ ਸੀ ਇਹ ਸਿੱਧੂ ਮੂਸੇਵਾਲਾ ਦਾ ਹੰਕਾਰ ਨਹੀਂ ਆ, ਉਹ ਕਹਿੰਦਾ ਸੀ। ਮਤਲਬ ਯਾਰ ਤੁਸੀਂ ਉਹਦਾ ਸੇਵਾ ਫੋੜ ਰਹੇ ਹੋ, ਫਿਰ ਜੇ ਉਹਦਾ ਸੇਵਾ ਫੋੜ ਲਿਆ, ਅਗਲੇ ਨੇ ਤੇਰੀ ਮਾਂ ਦਾ ਸੇਵਾ ਫੋੜ ਤਾਂ ਕੀ ਰਹਿ ਗਿਆ? ਫਿਰ ਕੀ ਰਹਿ ਗਿਆ? ਪਹਿਲਾਂ ਹੀ ਇੰਨਾ ਸੋਚ ਸਮਝ ਕੇ ਬੋਲੋ ਕਿ ਅੱਛਾ ਇੱਕ ਗੱਲ ਹੋਰ, ਜਿਹੜੇ ਸਾਡੇ ਬੁੱਧੀਜੀਵੀ ਵਿਚਾਰੇ, ਉਹਨਾਂ ਡਾਕਟਰ ਸਾਹਿਬ ਦੇ ਧੀ ਬਾਰੇ ਕਹਿੰਦੇ ਉਹ ਜੀ ਮੁਸਲਮਾਨਾਂ ਦੇ ਸੰਵਿਧਾਨਕ। ਮੈਂ ਤੁਹਾਨੂੰ ਇੱਕ ਗੱਲ ਬੇਨਤੀ ਕਰ ਦੇਣਾ ਚਾਹੁੰਦਾ ਸਾਰੇ ਬੁੱਧੀਜੀਵੀਆਂ ਨੂੰ, ਜਿਹੜੇ ਬੜੇ ਪਿਆਰੇ ਬਚਨ ਕਰਦੇ ਸੀ, ਉਹਦੀ ਧੀ ਬੇਟੀ, ਧੀਆਂ ਸਾਡੇ ਵੀ ਆ, ਮਾਫ ਕਰਨਾ। ਜਿਹੜੇ ਬਰਾਦਰੀ ਦੇ ਉਹ ਬੋਲ ਰਹੇ ਸੀਗੇ, ਮੈਂ ਕਿਸੇ ਨੂੰ ਜੱਟ, ਮੈਂ ਇਹ ਸੰਬੋਧਨ ਕਰਕੇ ਨਹੀਂ ਬੋਲੂੰਗਾ। ਕਿਆ ਉਸ ਕਾਸਟ ਦੀਆਂ ਧੀਆਂ ਨੇ ਕਦੇ ਲਵ ਮੈਰਿਜ ਨਹੀਂ ਕਰਾਈ? ਕਦੇ ਲਵ ਮੈਰਿਜ ਨਹੀਂ ਕਰਾਉਂਦੀਆਂ ਕੁੜੀਆਂ? ਕਰਾਉਂਦੀਆਂ। ਸਾਰੇ ਕਾਸਟਾਂ ਦੇ, ਬਾਹਮਣਾਂ ਦੀ ਵੀ ਕਰਾਉਂਦੀਆਂ, ਧੋਬੀਆਂ ਦੇ, ਛਿੰਬੇ ਨਾਲ, ਸਾਰੇ ਦੇ ਕਰਾਉਂਦੀਆਂ। ਸੰਵਿਧਾਨਕ ਹੱਕ ਆ, ਸੰਵਿਧਾਨਕ ਹੱਕ ਦਿੱਤਾ ਹੈ, ਕਰਾ ਸਕਦੇ ਆ। ਤੇ ਜੇ ਉਹਨੇ ਮੁਸਲਮਾਨ ਕੰਟਰੀ, ਮੁਸਲਮਾਨ ਇਨਸਾਨ ਨਹੀਂ ਹੁੰਦੇ? ਜੋ ਕਰਾ ਲਿਆ ਤਾਂ ਯਾਰ ਕਰਾ ਲਿਆ, ਫਿਰ ਕੀ ਹੋ ਗਿਆ? ਉਹ ਆਪਣੀ ਧੀ ਨੂੰ ਨਹੀਂ ਸਾਂਭ ਸਕਿਆ, ਉਹ ਫਲਾਨਾ ਨਹੀਂ ਕਰ ਸਕਿਆ। ਤੇ ਮਹਾਰਾਜ ਜੀ, ਜੇ ਉਹ ਗਲਤ ਆ ਤਾਂ ਤੁਸੀਂ ਕਿੱਥੋਂ ਠੀਕ ਹੋ ਗਏ? ਆਰਪੀ ਜੀ, ਮੈਨੂੰ ਇੱਕ ਚੀਜ਼ ਸਮਝ ਨਹੀਂ ਲੱਗ ਰਹੀ ਵੀ ਤੁਸੀਂ ਰੰਗਰੇਟਾ ਦੇ ਖਿਲਾਫ ਹੋ ਜਾਂ ਉਹਦੇ ਪੱਖ 'ਚ ਹੋ? ਮੈਂ ਫਿਰ ਉੱਥੇ ਹੀ ਆ ਗਿਆ ਸ਼ੁਕਲਾ ਜੀ। ਜਿੱਥੇ ਤਾਂ ਦੇਖੋ ਗੱਲ ਕਰਦਾ ਇਨਸਾਨੀਅਤ ਦੀ, ਉਹ ਧੱਕੇ ਦੀ, ਉੱਥੇ ਤੱਕ ਤਾਂ ਪੈ ਗਏ ਉਹਦੇ ਨਾਲ। ਜਿੱਥੇ ਇਨਸਾਨੀਅਤ ਨੂੰ ਢਾਲ ਲਾ ਕੇ ਕਿਸੇ ਦੇ ਉੱਪਰ ਥੁੱਕ ਕੇ ਉਹਨੂੰ ਕਹਿਣਾ ਤੂੰ ਛੋਟਾ, ਤੂੰ ਜੱਟ, ਇਹ ਬਿਲਕੁਲ ਗਲਤ ਗੱਲ ਆ। ਤੁਸੀਂ ਆਪਣੀ ਕੌਮ ਨੂੰ ਅਵੇਅਰ ਕਰੋ। ਹੁਣ ਇੱਕ ਮਿੰਟ, ਇਹਨਾਂ ਦਾ ਵਿਰਸਾ ਰੰਗਰੇਟਿਆਂ ਦਾ ਕਿੱਡਾ ਤਕੜਾ ਹੈ। ਸ਼ਾਇਦ ਸ਼ੁਕਲਾ ਜੀ, ਜਿਹੜੇ ਇਸ ਕੌਮ ਦੇ ਵਾਰਸ ਨੇ ਅੱਜ ਬੱਚੇ, ਉਹਨਾਂ ਨੂੰ ਇਤਿਹਾਸ ਹੀ ਨਹੀਂ ਪਤਾ ਹੋਣਾ। ਚਾਹੇ ਸਾਡੀਆਂ ਕਮੇਟੀਆਂ ਦੀ ਗਲਤੀਆਂ ਲਾ ਲਓ, ਚਾਹੇ ਰੰਗਰੇਟਾ ਸਾਹਿਬ ਉਹਨਾਂ ਦੀਆਂ ਗਲਤੀਆਂ ਲਾ ਲਓ। ਜਿੰਨਾ ਜ਼ੋਰ ਦੂਜੇ ਨੂੰ ਹਿੱਟ ਕਰਨ 'ਤੇ ਲਾਉਂਦੇ, ਆਪਣੀ ਕੌਮ ਨੂੰ ਅਵੇਅਰ ਨਾ। ਬਾਬਾ ਧੀਰ ਸਿੰਘ, ਬਾਬਾ ਵੀਰ ਸਿੰਘ ਕੌਣ ਸੀਗੇ? ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਫਲ ਬਣਾਈ, ਆਪੇ ਭੇਟਾ ਕੀਤੀ ਜਦ ਸੀਗੀ, ਉਹ ਕਹਿੰਦੇ ਮੈਂ ਦੇਖਣਾ ਬੰਦਾ ਮਾਰਦੀ ਕਿ ਨਹੀਂ ਮਾਰਦੀ, ਮੈਂ ਪਰਖਣੀ ਆ। ਤਾਂ ਉੱਥੇ ਹੋਰ ਕਮਿਊਨਿਟੀਆਂ ਬੈਠੀਆਂ ਸੀਗੀਆਂ, ਕਿਉਂ ਨਹੀਂ ਕੋਈ ਖੜਾ ਹੋਇਆ? ਉੱਥੇ ਕੌਣ ਆਏ? ਬਾਬਾ ਧੀਰ ਸਿੰਘ, ਬਾਬਾ ਵੀਰ ਸਿੰਘ। ਕੌਣ ਸੀਗੇ ਉਹ? ਮਜ਼੍ਹਬੀ ਸਿੱਖ। ਅਕਾਲੀ ਫੂਲਾ ਸਿੰਘ ਕੌਣ ਸੀ? ਮਜ਼੍ਹਬੀ ਸਿੱਖ। ਹਰੀ ਸਿੰਘ ਨਲਵਾ ਕੌਣ ਸੀ? ਮਜ਼੍ਹਬੀ ਸਿੱਖ। ਸਿੱਖ ਸੀਗੇ? ਸਿੱਖ ਸੀ। ਮਜ਼੍ਹਬੀ ਤਾਂ ਤੁਸੀਂ ਵੀ ਲਾਤਾ। ਨਹੀਂ, ਮੈਂ ਉਹੀ ਗੱਲ ਕਰਦਾ ਨਾ, ਮੈਂ ਉੱਥੇ ਨਾ। ਜਦੋਂ ਗੱਲ ਵਿਰਸੇ ਦੀ ਆ ਗਈ,
ਜਦੋਂ ਉਹਨਾਂ ਨੂੰ ਗੱਲ ਸਮਝਾਉਣ ਦੀ ਆ ਗਈ ਵੀ ਤੁਸੀਂ ਆਪਣੇ ਆਪ ਨੂੰ ਐਵੇਂ ਥੱਲੇ ਥੱਲੇ ਨਾ ਲਿਜਾਈ ਚੱਲੋ, ਤੁਹਾਡਾ ਵਿਰਸਾ ਬਹੁਤ ਅਮੀਰ ਆ, ਤੁਹਾਡੇ ਬਜ਼ੁਰਗ ਬਹੁਤ ਅਮੀਰ ਆ, ਤੁਸੀਂ ਪੈਸੇ ਦਾ ਕੀ ਆ ਯਾਰ, ਪੈਸਾ ਜਦੋਂ ਮਰਜ਼ੀ ਤੁਸੀਂ ਅਮੀਰ ਬਣ ਸਕਦੇ ਕਮਾ ਕੇ, ਤੁਸੀਂ ਲੋੜਵੰਦ ਹੋ, ਜ਼ਰੂਰਤਮੰਦ ਹੋ। ਪਰ ਕਿਸੇ ਨੂੰ ਗਾਲਾਂ ਕੱਢ ਕੇ ਤਾਂ ਨਹੀਂ ਅੱਗੇ ਆਇਆ ਜਾ ਸਕਦਾ। ਬਿਲਕੁਲ, ਮੈਂ ਤਾਂ ਜੀ ਬਿਲਕੁਲ ਇਸ ਚੀਜ਼ ਦੇ ਖਿਲਾਫ ਹਾਂ, ਪਰ ਮੈਂ ਉਹਨਾਂ ਬੁੱਧੀਜੀਵੀਆਂ ਨੂੰ ਜਿਹੜੇ ਰੰਘਰੇਟਾ ਸਾਹਿਬ ਦੇ ਖਿਲਾਫ ਬੋਲਦੇ ਸੀਗੇ, ਮੈਂ ਉਹਨਾਂ ਨੂੰ ਇੱਕ ਜ਼ਰੂਰ ਕਹੂੰਗਾ, ਉਹਦੇ ਗੱਲ ਨੂੰ ਹੱਥ ਪਾਓ, ਉਹਦੇ 'ਤੇ ਕੰਪਲੇਂਟ ਕਰਾਓ, ਜੋ ਮਰਜ਼ੀ ਕਰੋ, ਮੈਂ ਨਾਲ ਚੱਲੂੰਗਾ। ਪਰ ਉਸ ਤੋਂ ਪਹਿਲਾਂ ਜਿਹੜੇ ਪਿੰਡਾਂ 'ਚ 2-2 ਗੁਰਦੁਆਰੇ ਉਹਨਾਂ ਨੂੰ ਇੱਕ ਕਰਾਓ। ਜੇ ਗੱਲ ਕਰਨੀ ਵੀ ਸਭ ਦੀ ਕਰੋ ਨਾ, ਸਾਰੀਆਂ ਚੀਜ਼ਾਂ ਦੀ ਕਰੋ, ਉਹਨਾਂ ਦੇ ਗੁਰਦੁਆਰੇ ਇੱਕ ਕਰਾਓ। ਜਿਹੜੇ 2 ਅੱਜ ਜਿੱਥੇ 2 ਬਾਟਿਆਂ ਦੀ ਪ੍ਰਥਾ ਚੱਲਦੀ ਆ, ਉਹਨਾਂ ਨੂੰ ਇੱਕ ਕਰਾਓ, ਠੀਕ ਹੈ ਜੀ। ਉੱਥੇ ਪਤਾ ਕਿਉਂ ਨਹੀਂ ਆਵਾਜ਼ ਚੱਕ ਹੁੰਦੀ ਜੀ? ਉੱਥੇ ਕਿਉਂ ਨਹੀਂ? ਅੱਗੇ ਖੁੰਡਾ ਤਕੜਾ ਹੈ, ਮੋਹਰਾਂ 'ਤੇ ਪਊਗਾ। ਕਰਕੇ ਦੇਖੋ ਜਾ ਕੇ ਗੱਲ, ਅਗਲੇ ਦੀ ਸੰਪਰਦਾ 'ਚ ਵੜ ਕੇ ਦੇਖੋ, ਕਹੋ ਜਾ ਕੇ ਵੀ ਹਾਂ ਤੁਸੀਂ ਆਹ ਕੀ ਕਰਦੇ ਪਏ, ਕੀ ਪਾਇਆ ਤੁਸੀਂ, ਇਹ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਦੇ ਉਲਟ ਚੱਲ ਰਹੇ ਹੋ, ਕਹਿ ਕੇ ਦੇਖੋ ਤੁਸੀਂ, ਪਤਾ ਫਿਰ ਵੀ ਅੱਗੇ ਕੀ ਭਾਣਾ ਵਰਤਣਾ। ਤਾਂ ਨਹੀਂ ਜਾਂਦੇ। ਠੀਕ ਹੈ, ਬਹੁਤ ਮਿਹਰਬਾਨੀ ਗੱਲਬਾਤ ਦੇ ਲਈ। ਸੀ ਆਰਪੀ ਸਿੰਘ ਵੱਡੇ ਸਵਾਲ ਖੜੇ ਕੀਤੇ ਨੇ, ਚਾਹੇ ਉਹ ਡਾਕਟਰ ਰੰਘਰੇਟਾ ਹੋਣ, ਚਾਹੇ ਉਹ ਧਰਮ ਦੇ ਠੇਕੇਦਾਰ ਹੋਣ, ਜਾਂ ਉਹ ਬੁੱਧੀਜੀਵੀ ਜੋ ਕਿ ਫੇਸਬੁੱਕ, ਇੰਸਟਾਗ੍ਰਾਮ ਜਾਂ ਸੋਸ਼ਲ ਮੀਡੀਆ ਤੇ ਬੈਠੇ ਨੇ, ਵੱਡੇ ਸਵਾਲ ਖੜੇ ਕੀਤੇ ਨੇ। ਸਾਬਕਾ ਮੁੱਖ ਮੰਤਰੀ ਚਰਨਜੀਤ ਕਹਿੰਦੇ ਜੋ 3 ਮਹੀਨੇ ਲਈ ਉਹ ਮੁੱਖ ਮੰਤਰੀ ਬਣਨ ਆਏ ਸੀਗੇ ਤਾਂ ਉਹਨਾਂ ਨੂੰ ਮੁੱਖ ਮੰਤਰੀ ਘੱਟ, ਦਲਿਤ ਮੁੱਖ ਮੰਤਰੀ ਵੱਧ ਕਿਹਾ ਗਿਆ। 3 ਮਹੀਨੇ ਦੇ ਵਿੱਚ ਦਲਿਤ ਸ਼ਬਦ ਹਜ਼ਾਰਾਂ ਸੈਂਕੜੇ ਵਾਰ ਲਿਆ ਗਿਆ ਤਾਂ ਕਿ ਉਹ ਅਹਿਸਾਸ ਕਰਾਇਆ ਜਾਵੇ ਕਿ ਉਹ ਇੱਕ ਦਲਿਤ ਹੈ। ਉਸ ਤੋਂ ਬਾਅਦ ਪੋਲੀਟੀਕਲ ਪਾਰਟੀਆਂ ਤੇ ਵੀ ਕੁਐਸਚਨ ਮਾਰਕ ਖੜਿਆ ਜਾਂਦਾ ਕਿ ਇੱਕ ਕ੍ਰੈਡੀਬਿਲਿਟੀ, ਜਿਸ ਇਨਸਾਨ ਦੇ ਵਿੱਚ ਕੰਮ ਕਰਨ ਦਾ ਜਜ਼ਬਾ ਹੁੰਦਾ ਹੈ, ਅਗਰ ਉਹ ਐਸਸੀ ਹੈ ਤਾਂ ਉਸ ਨੂੰ ਐਸਸੀ ਸੈੱਲ ਦਾ ਚੇਅਰਮੈਨ, ਐਸਸੀ ਸੈੱਲ ਜਾਂ ਐਸਸੀ ਕਿਸੇ ਵੀ ਚੀਜ਼ ਨਾਲ ਜੋੜਿਆ ਜਾਂਦਾ ਕਿ ਉਹ ਐਸਸੀ ਸ਼ਬਦ ਹੀ ਉਸ ਦੇ ਨਾਲ ਜੁੜਿਆ ਜਾਂਦਾ ਹੈ। ਵੱਡੇ ਸਵਾਲ ਨੇ ਕਿ ਅੱਜ ਵੀ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ, ਇਹ ਚੀਜ਼ਾਂ ਹਜੇ ਵੀ ਗਰਾਊਂਡ ਤੇ ਐਜ਼ ਇਟ ਇਜ਼ ਨੇ, ਹੋਬੂ ਐਵੇਂ ਚੱਲਦੀਆਂ ਨੇ। ਪਰ ਕਿਤੇ ਨਾ ਕਿਤੇ ਸਮਾਜ ਨੂੰ ਲੋੜ ਆ, ਸਾਡੇ ਸਮਾਜ ਨੂੰ ਅੱਗੇ ਆਉਣ ਦੀ ਲੋੜ ਆ ਤਾਂ ਕਿ ਅਸੀਂ ਆਪਣੇ ਆਪ ਦੇ ਵਿੱਚ ਆਤਮ ਮੰਥਨ ਕਰ ਸਕੀਏ ਤੇ ਆਪਣੇ ਅੰਦਰ ਝਾਕ ਸਕੀਏ। ਕਿਉਂਕਿ ਹੁਣ ਇਹਨਾਂ ਨੇ ਬਹੁਤ ਸਾਰੇ ਖੁਲਾਸੇ ਕੀਤੇ ਨੇ ਕਿ ਆਖਰ ਅਸੀਂ ਬਾਣੀ ਜਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣਾ ਜਾਂ ਖੁਦ ਉਹੀ ਜੋ ਸਮਾਜਿਕ ਕੁਰੀਤੀਆਂ ਚੱਲ ਰਹੀਆਂ ਉਹਨਾਂ ਨੂੰ ਅਪਣਾਉਣਾ। ਗੁਰੂ ਸਾਹਿਬ ਸਭ ਨੂੰ ਸਿੱਖ ਬਣਾ ਕੇ ਗਏ ਨੇ ਤੇ ਸਾਡੇ ਇੱਥੇ ਬਹੁਤ ਤਰ੍ਹਾਂ ਦੇ ਸਿੱਖ ਇਹਨਾਂ ਦੇ ਅਨੁਸਾਰ ਹੈਗੇ ਨੇ, ਪਰ ਲੋੜ ਹੈ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਇਕਜੁੱਟਤਾ ਹੋਣ ਦੀ ਤਾਂ ਕਿ ਅਸੀਂ ਇੱਕ ਦੂਜੇ ਦੇ ਨਾਲ ਰਹਿ ਸਕੀਏ ਤੇ ਖੜ ਸਕੀਏ। ਕੈਮਰਾਮੈਨ ਰੋਸ਼ਨ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ।